अस्सलाम वालेकुम जी। ਅੱਜ ਮੈਨੂੰ ਇੱਕ ਭਾਈ ਨੇ ਆਖਿਆ ਕਿ ਜੀ ਜਿਹੜੀ ਕਾਮ ਸਪਰੇ ਹੈ ਨਾ ਜਿਹਦੇ ਚ ਕਜ਼ੈਲੋਫਾਬ ਜ਼ਹਿਰ ਹੁੰਦਾ ਹੈ, ਅਸੀਂ ਅਕਸਰ ਕਪਾਹ ਦੀ ਫਸਲ 'ਚ ਨੁਕੀਲੇ ਪੱਤੇ ਵਾਸਤੇ ਕਰਨੇ ਆ। ਉਹ ਤੁਸੀਂ ਪਿਆਜ਼ ਦੇ ਉੱਤੇ ਵੀ ਸਪਰੇ ਕਰ ਦਿਓ ਨਾ ਤੇ ਪਿਆਜ਼ ਬਿਲਕੁਲ ਵੀ ਉਹਦਾ ਸਟ੍ਰੈਸ ਨਹੀਂ ਲੈਂਦਾ। ਅਗਰ ਪਿਆਜ਼ ਕਾਮ ਨਾਲ ਸਟ੍ਰੈਸ ਨਹੀਂ ਲੈਂਦਾ ਤੇ ਇਹਦਾ ਮਤਲਬ ਹੈ ਕਿ ਪਿਆਜ਼ ਦੇ ਵਿੱਚ ਤੇ ਹਮੇਸ਼ਾ ਸਾਨੂੰ ਨੁਕੀਲੇ ਪੱਤੇ ਵਾਲਾ ਗੰਦ ਹੀ ਪਰੇਸ਼ਾਨ ਕਰਦਾ, ਨੁਕੀਲੇ ਪੱਤੇ ਵਾਲੀ ਜੜੀ ਬੂਟੀ ਹੀ ਪਰੇਸ਼ਾਨ ਕਰਦੀ ਹੈ। ਕਿਉਂਕਿ ਹੁਣ ਇਹਦੇ ਵਿੱਚ ਕਿਹੜੀ ਹੈ, ਦੁੰਬੀ ਉਗੇਗੀ, ਉਸ ਤੋਂ ਬਾਅਦ ਸਵਾਂਕੀ ਉਗੇਗੀ। ਤੇ ਇਹ ਅਗਰ ਦੋਵੇਂ ਜੜੀ ਬੂਟੀਆਂ ਕਜ਼ੈਲੋਫੋਬ ਮਤਲਬ ਕਾਮ ਨਾਲ ਅਗਰ ਕੰਟਰੋਲ ਹੋ ਜਾਂਦੀਆਂ ਨੇ ਤੇ ਇਹਦਾ ਮਤਲਬ ਇਹ ਹੈ ਕਿ ਪਿਆਜ਼ ਦੇ ਉੱਤੇ ਤੇ ਫਿਰ ਗੋਡੀ ਕਰਨ ਵਾਲਾ ਕੰਮ ਹੀ ਖਤਮ। ਫਿਰ ਪਿਆਜ਼ ਨੂੰ ਤੁਸੀਂ ਸਿਰਫ 2-3 ਸਪਰੇ ਕਰਕੇ ਅਗਰ ਥੱਲੇ ਪਹਿਲੇ ਡਿਵਾਲ ਗੋਲਡ ਕਰ ਲਓ, ਜਿਸ ਟਾਈਮ ਤੁਸੀਂ ਇਹਦੀ ਸ਼ਿਫਟਿੰਗ ਕਰੋ ਤੇ ਬਾਅਦ ਵਿੱਚ ਇਹਦੇ 'ਚ ਪਹਿਲੇ ਦੁੰਬੀ ਉਗਣੀ ਹੈ, ਉਸ ਤੋਂ ਬਾਅਦ ਇਹਦੇ 'ਚ ਸਵਾਂਕੀ ਉਗਣੀ ਹੈ ਤੇ ਉਹ ਦੋਵੇਂ ਕੰਮ ਕੰਟਰੋਲ ਕਰੇਗਾ ਤੇ ਗੋਡੀ ਨਹੀਂ ਕਰਨੀ ਪਏਗੀ। ਤੇ ਫਿਰ ਵੀ ਮੈਨੂੰ ਤਾਂ ਯਕੀਨ ਨਹੀਂ ਆਇਆ, ਇਸ ਵਜ੍ਹਾ ਤੋਂ ਅੱਜ ਹੀ ਅਸੀਂ ਟਰਾਇਲ ਲਗਾ ਰਹੇ ਆ। ਤੁਹਾਡੇ ਸਾਹਮਣੇ ਵੇਖ ਲਓ ਅੱਧੀ ਟੈਂਕੀ ਦਾ ਇਹ ਇੱਧਰ ਪਿਆਜ਼ ਦਿਖਾਓ ਜੀ। ਸਾਡੇ ਕੋਲ ਛੋਟਾ ਪਿਆਜ਼ ਵੀ ਹੈ, ਇਸ ਤੋਂ ਵੱਡਾ ਪਿਆਜ਼ ਵੀ ਹੈ ਤੇ ਉਸ ਤੋਂ ਵੱਡਾ ਪਿਆਜ਼ ਵੀ ਹੈ। ਮਤਲਬ ਨਵੰਬਰ ਕਾਸ਼ਤ ਵੀ ਹੈ, ਜਨਵਰੀ ਕਾਸ਼ਤ ਵੀ ਹੈ ਤੇ ਹੁਣ ਜਿਹੜਾ ਅਸੀਂ ਜਨਵਰੀ ਦੇ ਐਂਡ 'ਚ ਕਾਸ਼ਤ ਕੀਤਾ ਉਹ ਵੀ ਹੈ। ਤਿੰਨਾਂ ਦੇ ਉੱਤੇ ਅਸੀਂ ਇੱਕ ਇੱਕ ਲਾਈਨ ਦੇ ਉੱਤੇ ਇਹਦਾ ਸੈਂਪਲ ਲਵਾਉਂਦੇ ਆ। 5 ਦਿਨਾਂ ਬਾਅਦ ਫਿਰ ਇਹਦੀ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਭਾਈਆਂ ਨਾਲ ਸ਼ੇਅਰ ਕਰਾਂਗੇ, ਦੱਸਾਂਗੇ ਕਿ ਗੰਦ ਕਿੰਨਾ ਮਰਿਆ, ਮਤਲਬ ਇਹਦੇ ਜਿਹੜੀ ਦੁੰਬੀ ਉਗੀ ਉਹ ਕਿੰਨੀ ਖਤਮ ਹੋਈ ਹੈ ਔਰ ਪਿਆਜ਼ ਦੇ ਉੱਤੇ ਤੇ ਕੋਈ ਸਟ੍ਰੈਸ ਨਹੀਂ ਹੈ, ਜਿਹੜੀ ਅਸਲ ਮੁੱਦੇ ਦੀ ਗੱਲ ਹੈ। ਤੇ ਮਜ਼ੀਦ ਅੱਗੇ ਤੁਹਾਨੂੰ ਸਪਰੇ ਹੁੰਦਾ ਵੀ ਵਿਖਾ ਦਿੰਨੇ ਆ। ਸਪਰੇ ਜਿਹਾ ਸ਼ੁਰੂ ਹੋ ਗਿਆ, ਦੇਖ ਰਹੇ ਹੋ ਤੁਸੀਂ ਆ ਪਿਆਜ਼ ਬਿਲਕੁਲ ਹਾਲੇ ਛੋਟਾ ਛੋਟਾ ਦੇਖ ਰਹੇ ਹੋ ਤੇ ਉਹਦੇ ਨਾਲ ਆ ਦੂਸਰਾ ਵੱਡਾ ਪਿਆਜ਼ ਵੀ ਹੈ ਸਾਡੇ ਕੋਲ। ਇਸ ਤੋਂ ਬਾਅਦ ਇਧਰ ਕਰਨੇ ਆ ਤੇ ਅਸੀਂ ਸੈਂਪਲ ਲਗਾ ਦਿੰਨੇ ਆ ਤੇ ਇਨਸ਼ਾਅੱਲਾ ਹੁਣ ਮਿਲਾਂਗੇ ਆਪਾਂ 5 ਦਿਨਾਂ ਬਾਅਦ ਇਹਦੇ ਰਿਜ਼ਲਟ ਦੇ ਨਾਲ। ਅੱਲਾ ਹਾਫਿਜ਼।